ਸਰਦਾਰਾਂ ਦੀ ਟੌਰ ਤਾਂ ਵੇਖਦੇ ਹੀ ਬਣਦੀ ਹੈ, ਪਰ ਰਾਜਨੀਤੀ ਤੇ ਸਟਾਈਲ ਦਾ ਦੂਰ ਦੂਰ ਤੋਂ ਕੋਈ ਨਾਤਾ ਨਹੀਂ। ਪਰ ਇਹ ਗੱਲ ਕੈਨੇਡਾ ਦੇ ਸਿਆਸਤਦਾਨਾਂ ਤੇ ਨਹੀਂ ਟੁਕਦੀ। ਅਜਿਹੇ ਵਿੱਚ ਇੱਕ ਸਿੱਖ ਨੇਤਾ ਦੇ ਸਟਾਈਲ ਉੱਤੇ ਦੁਨੀਆ ਫਿਦਾ ਹੈ ਤੇ ਇਹ ਨੇਤਾ ਨੇ ਕੈਨੇਡਾ ਦੇ ਜਗਮੀਤ ਸਿੰਘ ਧਾਲੀਵਾਲ। ਸਿਰ ਉੱਤੇ ਦਸਤਾਰ, ਖੁੰਡੀਆਂ ਮੁੱਛਾਂ, ਸ਼ਾਨਦਾਰ ਰੋਬ ਤੇ ਰਾਜਨੀਤੀ ਦੀ ਤਿੱਖੀ ਸਮਝ। ਇਹ ਗੁਣ ਜਗਮੀਤ ਧਾਲੀਵਾਲ ਨੂੰ ਕੈਨੇਡਾ ਦੀਆਂ ਸਭ ਤੋਂ ਸਟਾਈਲਿਸ਼ ਤੇ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਕਤਾਰ ਵਿੱਚ ਲਿਆ ਕੇ ਖੜੇ ਕਰਦੇ ਨੇ। ਤੇ ਇਸ ਵਾਰ ਵੀ ਸਭ ਦੀਆਂ ਖਾਸ ਤੌਰ ਤੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਨੇ ਮਿਸਟਰ ਸਿੰਘ ਉੱਤੇ। ਕੈਨੇਡਾ ਵਿੱਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਨੇ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਿਛਲੀਆਂ ਚੋਣਾਂ ਦੇ ਕਿੰਗ ਮੇਕਰ ਇਸ ਵਾਰ ਦੇ ਕਿੰਗ ਯਾਨੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਕੇ ਉਭਰਨ। ਦੋ 2019 ਦੀਆਂ ਫੈਡਰਲ ਚੋਣਾਂ ਵਿੱਚ ਟਰੂਡੋ ਦੀ ਸਰਕਾਰ ਬਣਾਉਣ ਵਿੱਚ ਜਗਮੀਤ ਦੀ ਅਹਿਮ ਭੂਮਿਕਾ ਰਹੀ ਸੀ, ਜਿਸ ਕਰਕੇ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਹੋਂਦ ਵਿੱਚ ਆਈ। ਬੀਤੀਆਂ ਚੋਣਾਂ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਪ੍ਰਾਪਤ ਹੋਈਆਂ, ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ 121 ਸੀਟਾਂ ਮਿਲੀਆਂ ਤੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਸਿਰਫ 24 ਸੀਟਾਂ ਹੀ ਜਿੱਤ ਸਕੀ। ਚਾਹੇ ਐਨਡੀਪੀ ਨੂੰ ਪਹਿਲਾਂ ਨਾਲੋਂ ਘੱਟ ਸੀਟਾਂ ਮਿਲੀਆਂ, ਪਰ ਕਿੰਗ ਬਣਾਉਣ ਦੀ ਪਾਵਰ ਸਿਰਫ ਉਹਨਾਂ ਦੇ ਹੱਥ ਆਈ। ਕੈਨੇਡਾ ਦੀ 338 ਸੀਟਾਂ ਵਾਲੀ ਸੰਸਦ ਵਿੱਚ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਹੁੰਦੀ ਹੈ। ਸੋ ਜਗਮੀਤ ਸਿੰਘ ਕਿੰਗ ਮੇਕਰ ਦੀ ਭੂਮਿਕਾ ਵਿੱਚ ਨਜ਼ਰ ਆਏ ਤੇ ਐਨਡੀਪੀ ਦੇ ਸਮਰਥਨ ਨਾਲ ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਬਣੀ। ਤਿੰਨ ਸੌ 38 ਹਲਕਿਆਂ ਵਿੱਚ ਹੋਈਆਂ ਇਹਨਾਂ ਚੋਣਾਂ ਵਿੱਚ 50 ਭਾਰਤੀ ਮੂਲ ਦੇ ਉਮੀਦਵਾਰ ਸਨ। ਕੈਨੇਡਾ ਦੀਆਂ ਤਿੰਨੇ ਮੁੱਖ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਪੰਜਾਬੀਆਂ ਦੀ ਭਰਮੀ ਵਸੋਂ ਵਾਲੇ ਐਡਮਿੰਟਨ, ਬਰੈਂਪਟਨ, ਸਰੀ, ਕੈਲਗਰੀ ਹਲਕਿਆਂ ਤੋਂ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਸਨ। ਜਗਮੀਤ ਸਿੰਘ ਭਾਰਤ ਦੀ ਆਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿੱਚੋਂ ਇੱਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਨੇ। ਸੇਵਾ ਸਿੰਘ ਠੀਕਰੀਵਾਲਾ ਨੇ ਪਟਿਆਲਾ ਰਿਆਸਤ ਅਤੇ ਅੰਗਰੇਜ਼ ਹਕੂਮਤ ਖਿਲਾਫ ਲੜਾਈ ਲੜੀ ਸੀ। ਉਹ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਮਰਨ ਵਰਤ ਰੱਖ ਕੇ ਜਾਨ ਵਾਰਨ ਵਾਲੇ ਆਗੂ ਸਨ। ਜਗਮੀਤ ਦੇ ਪੜਪੜਦਾਦਾ ਹੀਰਾ ਸਿੰਘ ਪਹਿਲੀ ਸੰਸਾਰ ਜੰਗ ਤੇ ਦੂਜੀ ਸੰਸਾਰ ਜੰਗ ਦੌਰਾਨ ਬ੍ਰਿਟਿਸ਼ ਆਰਮੀ ਦੀ ਸਿੱਖ ਰੈਜੀਮੈਂਟ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ। ਜਗਮੀਤ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ, ਜੋ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਹੀ ਕੈਨੇਡਾ ਚਲੇ ਗਏ। ਉਹ ਕੈਨੇਡਾ ਚਲੇ ਗਏ ਅਤੇ ਉੱਥੇ ਹੀ ਜਗਮੀਤ ਸਿੰਘ ਦਾ ਜਨਮ ਹੋਇਆ ਸੀ। ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਓਨਟਾਰੀਓ ਦੇ ਸਕਾਰਬਰੋ ਵਿਖੇ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਹਰਮੀਤ ਕੌਰ ਤੇ ਪਿਤਾ ਜਗਤਾਰਨ ਸਿੰਘ ਹੈ। ਉਹਨਾਂ ਦੀ ਮਾਤਾ ਪੰਜਾਬ ਦੇ ਕੁੰਡਾਣੀ ਖੁਰਦ ਦੀ ਰਹਿਣ ਵਾਲੀ ਹੈ, ਜਦੋਂ ਕਿ ਉਹਨਾਂ ਦੇ ਪਿਤਾ ਪੰਜਾਬ ਦੇ ਬਰਨਾਲਾ ਦੇ ਠੀਕਰੀਵਾਲਾ ਪਿੰਡ ਦੇ ਰਹਿਣ ਵਾਲੇ ਨੇ। ਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਨੇ। ਦੋ 2011 ਚ ਜਗਮੀਤ ਓਨਟਾਰੀਓ ਦੇ ਬ੍ਰੈਮਲੀ ਗੌਰ ਮਾਲਟਨ ਰਾਈਡਿੰਗ ਤੋਂ ਐਮਪੀਪੀ ਯਾਨੀ ਕਿ ਵਿਧਾਇਕ ਬਣੇ। 2004 ਚ ਜਗਮੀਤ ਨੇ ਇੱਕ ਵਾਰ ਆਪਣੀ ਜਿੱਤ ਨੂੰ ਦੁਹਰਾਇਆ। 1 ਅਕਤੂਬਰ 2017 ਨੂੰ ਜਗਮੀਤ ਸਿੰਘ ਐਨਡੀਪੀ ਦੇ ਲੀਡਰ ਬਣੇ। 2019 ਚ ਬਰਨਬੀ ਸਾਊਥ ਤੋਂ ਫੈਡਰਲ ਚੋਣ ਜਿੱਤ ਕੇ ਕੈਨੇਡਾ ਦੀ ਸੰਸਦ ਵਿੱਚ ਪਹੁੰਚੇ। ਜਗਮੀਤ ਦੀ ਇੱਕ ਭੈਣ ਮਨਜੋਤ ਤੇ ਇੱਕ ਭਰਾ ਹੈ। ਭਰਾ ਗੁਰਰਤਨ 2018 ਦੀਆਂ ਓਨਟਾਰੀਓ ਦੇ ਬਰੈਂਪਟਨ ਈਸਟ ਤੋਂ ਵਿਧਾਇਕ ਨੇ। ਜਗਮੀਤ ਸਿੰਘ ਦਾ ਵਿਆਹ 23 ਫਰਵਰੀ 2018 ਨੂੰ ਫੈਸ਼ਨ ਡਿਜ਼ਾਈਨਰ ਗੁਰਕਿਰਨ ਕੌਰ ਨਾਲ ਹੋਇਆ। ਜਗਮੀਤ ਦੇ ਵਿਆਹ ਉੱਤੇ ਕਈ ਪੰਜਾਬੀ ਗਾਇਕ ਵੀ ਪਹੁੰਚੇ ਸੀ। ਗਾਇਕ ਜੈਜ਼ੀ ਬੀ ਨੇ ਜਗਮੀਤ ਦੇ ਵਿਆਹ ਉੱਤੇ ਕਿਹੜਾ ਚੰਪਿਆ ਸੂਰਮਾ ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ ਗੀਤ ਗਾਇਆ ਸੀ ਤੇ ਇਸ ਗੀਤ ਵਾਂਗ ਸੱਚਮੁੱਚ ਜਗਮੀਤ ਸਿੰਘ ਦੀ ਚੜ੍ਹਤ ਵਧਦੀ ਜਾ ਰਹੀ ਹੈ। ਜਗਮੀਤ ਨੇ ਭਾਰਤ ਵਿੱਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿੱਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੋਧੀ ਮੋਰਚੇ ਲਾਏ। ਉਹ ਦੁਨੀਆ ਭਰ ਵਿੱਚ ਅਮਨ ਸ਼ਾਂਤੀ ਦੇ ਮੁੱਦਈ ਨੇ। ਉਹਨਾਂ ਦੀ ਇਸੇ ਸੋਚ ਅਤੇ ਸੰਘਰਸ਼ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਉਹਨਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ।
ਜਗਮੀਤ ਸਿੰਘ ਅੱਜ ਕੈਨੇਡਾ ਦੇ ਸਭ ਤੋਂ ਵੱਡੇ ਅਹੁਦੇ ਲਈ ਲੜ ਰਹੇ ਨੇ, ਪਰ ਕਦੇ ਕੈਨੇਡਾ ਵਿੱਚ ਉਹਨਾਂ ਨੂੰ ਆਪਣੇ ਹੱਕਾਂ ਲਈ ਵੀ ਲੜਨਾ ਪਿਆ। ਬਚਪਨ ਵਿੱਚ ਜਗਮੀਤ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਜਗਮੀਤ ਸਿੰਘ ਬਚਪਨ ਵਿੱਚ ਜਦੋਂ ਸਕੂਲ ਜਾਂਦੇ ਸਨ ਤਾਂ ਉਹਨਾਂ ਨਾਲ ਪੜ੍ਹਨ ਵਾਲੇ ਬੱਚੇ ਉਹਨਾਂ ਦੀ ਭੂਰੀ ਚਮੜੀ ਕਾਰਨ ਉਹਨਾਂ ਨੂੰ ਪਰੇਸ਼ਾਨ ਕਰਦੇ ਸਨ। ਉਹ ਉਸ ਨੂੰ ਪੁੱਛਦੇ ਸਨ ਕਿ ਤੇਰੀ ਚਮੜੀ ਭੂਰੀ ਕਿਉਂ ਹੈ, ਕਿ ਤੂੰ ਨਹਾਉਂਦਾ ਨਹੀਂ ਹੈ, ਤੂੰ ਆਪਣੇ ਵਾਲ ਕਿਉਂ ਨਹੀਂ ਕੱਟਦਾ। ਜਗਮੀਤ ਨੇ ਖੁਦ ਮੀਡੀਆ ਸਾਹਮਣੇ ਆਪਣੇ ਨਾਲ ਹੋਏ ਨਸਲੀ ਵਿਤਕਰੇ ਬਾਰੇ ਦੱਸਿਆ। ਆਪਣੇ ਅਤੇ ਦੂਜੇ ਲੋਕਾਂ ਨਾਲ ਹੋਣ ਵਾਲੀ ਇਸ ਬੇਇਨਸਾਫੀ ਨੇ ਉਸ ਦੀ ਸੋਚ ਨੂੰ ਇੱਕ ਕਾਰਕੁਨ ਦਾ ਰੂਪ ਦੇ ਦਿੱਤਾ ਅਤੇ ਉਹ ਆਪਣੇ ਭਾਈਚਾਰੇ ਅਤੇ ਦੂਜੇ ਲੋਕਾਂ ਦੇ ਹਿੱਤਾਂ ਲਈ ਲੜਨ ਲੱਗ ਪਿਆ। ਜਗਮੀਤ ਸਿੰਘ ਨੂੰ ਇੱਕ ਯੂਥ ਆਈਕਨ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ। 2013 ਵਿੱਚ ਉਹਨਾਂ ਨੂੰ ਇੱਕ ਮੀਡੀਆ ਸੰਗਠਨ ਵੱਲੋਂ ਕੀਤੇ ਗਏ ਅਧਿਐਨ ਦੌਰਾਨ ਕੈਨੇਡਾ ਦੇ 5 ਨੌਜਵਾਨ ਸਿਤਾਰਿਆਂ ਵਿੱਚੋਂ ਇੱਕ ਚੁਣਿਆ ਗਿਆ। ਉਹ ਪਹਿਲੇ 10 ਕੈਨੇਡੀਅਨ ਵਿਅਕਤੀਆਂ ਵਿੱਚ ਸ਼ਾਮਲ ਕੀਤੇ ਗਏ ਜਿਹੜੇ ਆਪਣੇ ਪਹਿਰਾਵੇ ਕਾਰਨ ਸੋਹਣੇ ਦਿਸਦੇ ਨੇ। ਉਹਨਾਂ ਦਾ ਨਾਂ ਕੈਨੇਡਾ ਦੇ 25 ਸਭ ਤੋਂ ਵੱਧ ਸਟਾਈਲਿਸ਼ ਵਿਅਕਤੀਆਂ ਵਿੱਚ ਵੀ ਆਉਂਦਾ ਹੈ। ਓਨਟਾਰੀਓ ਸੂਬੇ ਦੀਆਂ ਕਈ ਮੈਗਜ਼ੀਨਾਂ ਨੇ ਜਗਮੀਤ ਸਿੰਘ ਨੂੰ ਸਭ ਤੋਂ ਸਟਾਈਲਿਸ਼ ਨੇਤਾ ਦੱਸਿਆ। ਇਹ ਮੈਗਜ਼ੀਨਾਂ ਦੇ ਮੁਤਾਬਕ ਜਗਮੀਤ ਦਾ ਸਵੈਗ ਸਾਰੇ ਨੇਤਾਵਾਂ ਤੋਂ ਵੱਖਰਾ ਹੈ। ਸਿੰਘ ਦੀ ਡਰੈਸਿੰਗ ਸੈਂਸ ਕਮਾਲ ਦੀ ਹੈ। ਉਹਨਾਂ ਨੂੰ ਪਤਾ ਹੈ ਕਿ ਕਿਹੜੇ ਸਮੇਂ ਕਿਸ ਤਰ੍ਹਾਂ ਦਾ ਪਰਫੈਕਟ ਸ਼ਾਟ ਦੇਣਾ ਹੈ ਤੇ ਉਹਨਾਂ ਦੀ ਹੀ ਖਾਸੀਅਤ ਉਹਨਾਂ ਨੂੰ ਰਵਾਇਤੀ ਨੇਤਾਵਾਂ ਤੋਂ ਵੱਖਰੇ ਬਣਾਉਂਦੀ ਹੈ। ਜਗਮੀਤ ਸਿੰਘ ਭਾਵੇਂ ਬਚਪਨ ਵਿੱਚ ਪਟਿਆਲਾ ਰਹਿ ਚੁੱਕੇ ਨੇ ਅਤੇ ਉਹ ਭਾਰਤ ਆਉਂਦੇ ਜਾਂਦੇ ਨੇ, ਪਰ ਆਪਣੇ ਕਾਲਜ ਸਮੇਂ ਦੌਰਾਨ ਉਹਨਾਂ ਭਾਰਤ ਵਿੱਚ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁਹਿੰਮ ਚਲਾਈ। ਤਤਕਾਲੀ ਵਪਾਰ ਮੰਤਰੀ ਕਮਲਨਾਥ ਖਿਲਾਫ ਟੋਰਾਂਟੋ ਵਿੱਚ ਵੱਡਾ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ 2013 ਵਿੱਚ ਭਾਰਤ ਆਉਣ ਦਾ ਵੀਜ਼ਾ ਨਹੀਂ ਦਿੱਤਾ ਗਿਆ, ਜਿਸ ਦਾ ਕਾਫੀ ਵਿਵਾਦ ਉੱਠਿਆ ਸੀ। ਐਨਡੀਪੀ ਦੇ ਕੌਮੀ ਪ੍ਰਧਾਨ ਦੀ ਚੋਣ ਲੜੇ ਜਗਮੀਤ ਸਿੰਘ ਦਾ ਮੁਕਾਬਲਾ ਕਾਫੀ ਸਖਤ ਸੀ, ਪਰ ਉਹ ਅੰਗਰੇਜ਼ੀ, ਪੰਜਾਬੀ, ਫ੍ਰੈਂਚ ਅਤੇ ਹੋਰ ਕਈ ਭਾਸ਼ਾਵਾਂ ਬੋਲਦੇ ਹੋਣ ਕਾਰਨ ਅਤੇ ਇੱਕ ਚਰਚਿਤ ਵਕੀਲ ਤੇ ਨੌਜਵਾਨ ਆਗੂ ਵਜੋਂ ਲੋਕਾਂ ਦਾ ਆਕਰਸ਼ਣ ਰਹੇ। ਆਪਣੇ ਹਲਕੇ ਵਿੱਚ ਸਾਈਕਲ ਉੱਤੇ ਘੁੰਮਣਾ, ਆਮ ਲੋਕਾਂ ਦੇ ਹੱਕਾਂ ਲਈ ਡਟ ਕੇ ਖੜਨ ਵਾਲੇ ਜਗਮੀਤ ਇਹ ਚੋਣ ਜਿੱਤ ਕੇ ਕਿਸੇ ਕੈਨੇਡੀਅਨ ਸਿਆਸੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਵਾਲੇ ਪਹਿਲੇ ਗੈਰ ਗੋਰੇ ਸਿਆਸਤਦਾਨ ਬਣ ਗਏ ਨੇ। ਇਸ ਤੋਂ ਪਹਿਲਾਂ ਉਹ ਪੀਲ ਖੇਤਰ ਤੋਂ ਜਿੱਤਣ ਵਾਲਾ ਪਹਿਲਾ ਡੈਮੋਕ੍ਰੇਟ ਸੀ ਤੇ ਪਹਿਲਾ ਦਸਤਾਰਧਾਰੀ ਐਮਪੀਪੀ ਬਣਿਆ। ਜਗਮੀਤ ਸਿੰਘ ਇਤਿਹਾਸ ਰਚਨ ਲਈ ਮਸ਼ਹੂਰ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਬਣ ਕੇ ਉਹ ਇਤਿਹਾਸ ਕਦੋਂ ਰਚਦੇ ਨੇ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਉਹਨਾਂ ਤੋਂ ਕਿੰਨੀ ਕੁ ਦੂਰ ਹੈ। ਇਹ ਫਿਲਹਾਲ 20 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਬਿਊਰੋ ਰਿਪੋਰਟ, ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।